ਬਾਬਾ ਜੀ ਦਾ ਹੋਤੀ ਮਰਦਾਨ ਜਾਣਾ। ਇੱਕ ਵਾਰ ਬਾਬਾ ਜੀ ਹੋਤੀ ਮਰਦਾਨ ਗਏ ਸਨ। ਇੱਥੇ ਪ੍ਰਸਿੱਧ ਸੰਤ ਬਾਬਾ ਕਰਮ ਸਿੰਘ ਜੀ ਰਹਿੰਦੇ ਸਨ। ਗਰਮੀਆਂ ਦੇ ਦਿਨ ਸਨ। ਬਹੁਤ ਸਾਰੇ ਸੇਵਕ ਵੱਡੇ ਸੁੱਕੇ ਚੋਅ ਵਿੱਚ ਆਰਾਮ ਕਰ ਰਹੇ ਸਨ। ਜਦੋਂ ਕਦੇ ਉੱਪਰਲੇ ਪਹਾੜਾਂ 'ਤੇ ਮੀਂਹ ਪੈਂਦਾ ਤਾਂ ਇਸ ਚੋਅ ਵਿੱਚ ਹੜ੍ਹ ਆ ਜਾਂਦਾ। ਬਾਬਾ ਜੀ ਜਵਾਨ ਅਵਸਥਾ ਵਿੱਚ ਇਕੱਲੇ ਰਹਿੰਦੇ ਸਨ। ਉਹਨਾਂ ਨੂੰ ਇਸ ਚੋਅ ਦਾ ਇਕਾਂਤ ਵਾਤਾਵਰਣ ਪਸੰਦ ਸੀ। ਇਸ ਲਈ ਬਾਬਾ ਜੀ ਇੱਥੇ ਰਾਤ ਸਮੇਂ ਬੰਦਗੀ ਵਿੱਚ ਜੁੜਿਆ ਕਰਦੇ ਸਨ। ਰੱਬ ਦੀ ਕਰਨੀ ਇੱਕ ਵਾਰ ਪਹਾੜਾਂ ਉੱਪਰ ਬਹੁਤ ਬਾਰਿਸ਼ ਪੈਣ ਕਾਰਨ ਚੋਅ ਵਿੱਚ ਹੜ੍ਹ ਆ ਗਿਆ। ਚੋਅ ਵਿੱਚ ਹੜ੍ਹ ਦਾ ਪਾਣੀ ਚੜ੍ਹ ਗਿਆ। ਪਾਣੀ ਦਾ ਵਹਿਣ ਪਹਾੜਾਂ ਤੋਂ ਹੇਠਾਂ ਵੱਲ ਨੂੰ ਹੋਣ ਕਰਕੇ ਪਾਣੀ ਦਾ ਵਹਾਅ ਬਹੁਤ ਤੇਜ਼ ਸੀ ਅਤੇ ਇਸ ਦੀਆਂ ਛੁੱਕਾਂ ਨਾਲ ਭਿਆਨਕ ਸ਼ੋਰ ਪੈਦਾ ਹੋ ਰਿਹਾ ਸੀ। ਇਹ ਭਿਆਨਕ ਸ਼ੋਰ ਸੁਣਦਿਆਂ ਸਾਰੇ ਸੇਵਕ ਚੋਅ ਵਿੱਚੋਂ ਭੱਜ ਕੇ ਬਾਹਰ ਆ ਗਏ। ਉਹਨਾਂ ਨੇ ਵੇਖਿਆ ਕਿ ਨਵਾਂ ਰੱਬ ਦਾ ਪਿਆਰਾ ਅਜੇ ਵੀ ਉੱਥੇ ਹੀ ਬੈਠਾ ਹੈ। ਐਸਾ ਨਾ ਹੋਵੇ ਕਿ ਹੜ੍ਹ ਦਾ ਪਾਣੀ ਇਹਨੂੰ ਰੋੜ ਕੇ ਲੈ ਜਾਵੇ। ਉਹਨਾਂ ਨੇ ਬਾਬਾ ਜੀ ਨੂੰ ਬਾਹਰ ਆਉਣ ਲਈ ਆਵਾਜ਼ਾਂ ਮਾਰੀਆਂ, ਪਰ ਬਾਬਾ ਜੀ ਤਾਂ ਡੂੰਘੀ ਸਮਾਧੀ ਵਿੱਚ ਲੀਨ ਸਨ। ਇੰਨੇ ਨੂੰ ਹੜ੍ਹ ਦਾ ਪਾਣੀ ਸਾਰੇ ਪਾਸੇ ਚੜ੍ਹ ਗਿਆ। ਪਾਣੀ 6 ਫੁੱਟ ਉੱਚਾ ਚੜ੍ਹ ਗਿਆ। ਸੇਵਕ ਇਹ ਵੇਖ ਕੇ ਹੈਰਾਨ ਰਹਿ ਗਏ ਕਿ ਪਾਣੀ ਬਾਬਾ ਜੀ ਦੇ ਆਲੇ ਦੁਆਲੇ ਤਾਂ ਹੈ, ਪਰ ਉਹਨਾਂ ਦੇ ਸਰੀਰ ਨੂੰ ਛੂੰਹਦਾ ਨਹੀਂ। ਜਿੰਨੀ ਦੇਰ ਬਾਬਾ ਜੀ ਸਮਾਧੀ ਵਿੱਚ ਜੁੜੇ ਰਹੇ, ਪਾਣੀ ਉਸੇ ਤਰ੍ਹਾਂ ਤੇਜ਼ ਵਹਾਅ ਵਿੱਚ ਵਹਿੰਦਾ ਰਿਹਾ। ਪਾਣੀ ਨੇ ਬਾਬਾ ਜੀ ਨੂੰ ਘੇਰਾ ਤਾਂ ਪਾਇਆ ਸੀ, ਪਰ ਬਾਬਾ ਜੀ ਦੇ ਸਤਿਕਾਰ ਵਿੱਚ ਉਹਨਾਂ ਤੋਂ ਕੁਝ ਦੂਰੀ 'ਤੇ ਸੀ। ਕੁਝ ਚਿਰ ਬਾਅਦ ਬਾਬਾ ਜੀ ਨੇ ਆਪਣੀ ਸਮਾਧੀ ਖੋਲ੍ਹੀ ਅਤੇ ਕਿਨਾਰੇ ਵੱਲ ਨੂੰ ਤੁਰ ਪਏ। ਖੜਖੜ ਵਗਦੇ ਹੜ੍ਹਦੇ ਪਾਣੀ ਨੇ ਉਹਨਾਂ ਨੂੰ ਰਸਤਾ ਦੇ ਦਿੱਤਾ ਅਤੇ ਪਾਣੀ ਨੀਵਾਂ ਹੋ ਕੇ ਵਗਣ ਲੱਗ ਪਿਆ। ਬਾਬਾ ਜੀ ਕਿਨਾਰੇ 'ਤੇ ਪੁੱਜ ਗਏ। ਪਾਣੀ ਫਿਰ ਚੜ੍ਹ ਗਿਆ। ਸਪਸ਼ਟ ਨਜ਼ਰ ਆਉਂਦਾ ਸੀ ਕਿ ਪਾਣੀ ਉਹਨਾਂ ਦੇ ਪਵਿੱਤਰ ਚਰਨਾਂ ਦਾ ਇਸ਼ਨਾਨ ਕਰਨ ਦੀ ਲੋਚਾ ਰੱਖਦਾ ਸੀ। ਪੂਰੇ ਜੋਬਨ 'ਤੇ ਵਗਣ ਵਾਲੇ ਹੜ੍ਹ ਦੇ ਪਾਣੀ ਨੇ ਮਹਾਨ ਬਾਬਾ ਜੀ ਨੂੰ ਲਾਂਘਾ ਦੇਣ ਬਾਅਦ ਫਿਰ ਉਸੇ ਵਹਿਣ ਵਿੱਚ ਵਹਿਣਾ ਸ਼ੁਰੂ ਕਰ ਦਿੱਤਾ। ਪ੍ਰਕਿਰਤੀ ਮਹਾਂਪੁਰਖ ਬਾਬਾ ਨੰਦ ਸਿੰਘ ਜੀ ਮਹਾਰਾਜ ਦਾ ਰਹੱਸਮਈ ਢੰਗ ਨਾਲ ਸਤਿਕਾਰ ਕਰਦੀ ਸੀ। ਤੇਜ਼ ਵਹਿਣ 'ਤੇ ਠਾਠਾਂ ਮਾਰਦੇ ਹੜ੍ਹ ਦਾ ਪਾਣੀ ਇੱਕਦਮ ਹਲੀਮੀ ਵਿੱਚ ਨੀਵਾਂ ਹੋ ਗਿਆ ਅਤੇ ਬਾਬਾ ਜੀ ਦੇ ਪਵਿੱਤਰ ਚਰਨਾਂ ਦਾ ਬੋਸਾ ਲੈਣ ਲਈ ਸ਼ਾਂਤ ਹੋ ਕੇ ਵਗਣ ਲੱਗ ਪਿਆ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੁਦਰਤ ਆਪਣੇ ਕਾਦਰ ਨੂੰ ਸਜਦੇ ਵਿੱਚ ਝੁੱਕ ਕੇ ਉਹਨਾਂ ਦੇ ਪਵਿੱਤਰ ਚਰਨਾਂ ਵਿੱਚ ਇਸ਼ਨਾਨ ਕਰਨ ਲਈ ਇਸ ਸੁਨਹਿਰੀ ਮੌਕੇ ਦਾ ਲਾਭ ਉਠਾ ਰਹੀ ਹੋਵੇ। ਬਾਬਾ ਕਰਮ ਸਿੰਘ ਜੀ ਦੇ ਸੇਵਕ ਇਸ ਅਜੀਬ ਕੌਤਕ ਨੂੰ ਵੇਖ ਕੇ ਹੈਰਾਨ ਰਹਿ ਗਏ। ਉਹਨਾਂ ਨੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਗੈਬੀ ਸਮਰੱਥਾ ਅੱਗੇ ਸਿਰ ਝੁਕਾਇਆ। ਇਹ ਸੇਵਕ ਆਪਣੇ ਰੂਹਾਨੀ ਰਹਿਬਰ ਬਾਬਾ ਕਰਮ ਸਿੰਘ ਜੀ ਮਹਾਰਾਜ ਦੇ ਪਾਸ ਗਏ ਅਤੇ ਉਹਨਾਂ ਨੂੰ ਇਸ ਅੱਖੀਂ ਡਿੱਠੇ ਕੌਤਕ ਦੀ ਸਾਰੀ ਵਾਰਤਾ ਸੁਣਾਈ। ਬਾਬਾ ਕਰਮ ਸਿੰਘ ਜੀ ਨੇ ਆਪਣੇ ਸੇਵਕਾਂ ਨੂੰ ਦੱਸਿਆ ਕਿ ਇਹ ਉਹੀ ਸੰਤ ਬਾਬਾ ਨੰਦ ਸਿੰਘ ਜੀ ਮਹਾਰਾਜ ਹਨ ਜਿਨ੍ਹਾਂ ਦਾ ਨਾਮ 100 ਸਾਖੀ ਵਿੱਚ ਸਭ ਤੋਂ ਸ਼੍ਰੋਮਣੀ ਹੈ। ਜਦੋਂ ਸੇਵਕ ਸਤਿਕਾਰ ਨਾਲ ਬਾਬਾ ਨੰਦ ਸਿੰਘ ਜੀ ਮਹਾਰਾਜ ਨੂੰ ਲੈਣ ਵਾਸਤੇ ਉਸ ਜਗ੍ਹਾ 'ਤੇ ਵਾਪਸ ਆਏ ਤਾਂ ਵਡਿਆਈ ਦੇ ਬੇਮੁਤਾਜ ਬਾਬਾ ਨੰਦ ਸਿੰਘ ਜੀ ਮਹਾਰਾਜ ਉਸ ਸਥਾਨ ਨੂੰ ਤਿਆਗ ਗਏ ਸਨ। ਭੈ ਵਿੱਚ ਪਵਨ ਵਹੇ ਸਦਵਾਓ, ਭੈ ਵਿੱਚ ਚੱਲੇ ਲਖ ਦਰਿਆਓ, ਭੈ ਵਿੱਚ ਅਗਨ ਕੱਢੇ ਵੈਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੇ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਅਡਾਣੇ ਆਕਾਸ, ਭੈ ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਆਵੇ ਜਾਵੇ ਪੂਰ, ਸਗਲਿਆ ਭਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 664। ਪਰਮਾਤਮਾ ਦੇ ਡਰ ਹੁਕਮ ਵਿੱਚ ਹਵਾਵਾਂ ਵਗਦੀਆਂ ਹਨ। ਇਹ ਲੱਖਾਂ ਦਰਿਆ ਵੀ ਪਰਮਾਤਮਾ ਦੇ ਡਰ ਨਾਲ ਵਹਿੰਦੇ ਹਨ। ਪਰਮਾਤਮਾ ਦੇ ਡਰ ਵਿੱਚ ਹੀ ਅੱਗ ਬੇਗਾਰ ਕੱਢਦੀ ਹੈ। ਪਰਮਾਤਮਾ ਦੇ ਡਰ ਭੈ ਨਾਲ ਹੀ ਧਰਤੀ ਨੇ ਭਾਰ ਚੁੱਕਿਆ ਹੈ। ਸੁਆਮੀ ਦੇ ਡਰ ਵਿੱਚ ਹੀ ਬੱਦਲ ਹੇਠਾਂ ਉੱਪਰ ਇੱਧਰ ਉੱਧਰ ਘੁੰਮ ਰਹੇ ਹਨ। ਪਰਮਾਤਮਾ ਦੇ ਡਰ ਦੇ ਨਾਲ ਹੀ ਧਰਮਰਾਜ ਉਹਨਾਂ ਦੇ ਦਰ ਅੱਗੇ ਖੜਾ ਹੈ। ਸੂਰਜ ਅਤੇ ਚੰਦਰਮਾ ਪ੍ਰਭੂ ਦੇ ਭੈ ਵਿੱਚ ਚੱਲਦੇ ਹਨ ਅਤੇ ਹਜ਼ਾਰਾਂ ਕਰੋੜਾਂ ਲੱਖਾਂ ਕਰੋੜਾਂ ਮੀਲਾਂ ਦਾ ਪੰਧ ਤੈਅ ਕਰਦੇ ਹਨ। ਸਿੱਖ ਕਰਾਮਾਤੀ ਪੁਰਖ ਦੇਵੀ ਦੇਵਤੇ ਅਤੇ ਜੋਗੀ ਪਰਮਾਤਮਾ ਦੇ ਡਰ ਵਿੱਚ ਹਨ। ਪਰਮਾਤਮਾ ਦੇ ਭੈ ਨਾਲ ਹੀ ਆਕਾਸ਼ ਫੈਲਿਆ ਅਤੇ ਅਟਕਿਆ ਹੋਇਆ ਹੈ। ਯੋਧੇ ਅਤੇ ਭਾਰੀ ਭਾਰੀ ਸੂਰਮੇ ਵੀਰ ਸਭ ਪ੍ਰਭੂ ਦੇ ਹੁਕਮ ਵਿੱਚ ਵਹਿੰਦੇ ਹਨ। ਪ੍ਰਭੂ ਦੇ ਡਰ ਵਿੱਚ ਪੂਰਾਂ ਦੇ ਪੂਰ ਆਉਂਦੇ ਜਾਂਦੇ ਹਨ। ਪ੍ਰਭੂ ਦਾ ਇਹ ਡਰ ਸਾਰਿਆਂ ਵਿੱਚ ਵਸਿਆ ਹੋਇਆ ਹੈ। ਸਾਰੇ ਉਸਦੇ ਡਰ ਅੰਦਰ ਆਉਂਦੇ ਹਨ। ਗੁਰੂ ਨਾਨਕ ਕੇਵਲ ਸੱਚਾ ਪਰਮਾਤਮਾ ਹੀ ਸਤ ਸਰੂਪ ਹੀ ਇਸ ਡਰ ਤੋਂ ਬਾਹਰ ਹੈ, ਨਿਡਰ ਹੈ। ਪ੍ਰਕਿਰਤੀ ਨੇ ਬਾਬਾ ਜੀ ਦਾ ਸਤਿਕਾਰ ਕਰਨਾ। ਇੱਕ ਵਾਰ ਦੇਹਰਾਦੂਨ ਦੇ ਜੰਗਲਾਂ ਵਿੱਚ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਦਾ ਇਲਾਹੀ ਦਰਬਾਰ ਸਜਾਇਆ ਹੋਇਆ ਸੀ।
ਵਰਖਾ ਦੀ ਰੁੱਤ ਸੀ। ਆਸਮਾਨ ਵਿੱਚ ਬੱਦਲ ਗਰਜ ਰਹੇ ਸਨ। ਕੀਰਤਨ ਦਾ ਪ੍ਰਵਾਹ ਚੱਲ ਰਿਹਾ ਸੀ, ਪਰੰਤੂ ਬਿਜਲੀ ਚਮਕਣ ਤੇ ਕੰਨ ਬੋਲੇ ਕਰਦੀ ਬੱਦਲਾਂ ਦੀ ਗੜਗੜਾਹਟ ਵਿੱਚ ਕੁਝ ਸੁਣਾਈ ਨਹੀਂ ਦਿੰਦਾ ਸੀ। ਹੁਣ ਬਾਬਾ ਜੀ ਦਾ ਸੰਗਤ ਨੂੰ ਬਚਨ ਸੁਣਾਉਣ ਦਾ ਵੇਲਾ ਹੋ ਗਿਆ। ਮਹਾਨ ਬਾਬਾ ਜੀ ਦੇ ਗਰਜਦੇ ਆਸਮਾਨ ਵੱਲ ਵੇਖਣ ਦੀ ਹੀ ਦੇਰ ਸੀ ਕਿ ਬੱਦਲ ਅਲੋਪ ਹੋ ਗਏ ਤੇ ਆਸਮਾਨ ਨਿੰਬਲ ਹੋ ਗਿਆ। ਹੁਣ ਅਸਮਾਨ ਵਿੱਚ ਪੂਰਾ ਚੰਦਰਮਾ ਨਜ਼ਰ ਆਉਣ ਲੱਗ ਪਿਆ। ਚੰਦਰਮੇ ਦੀਆਂ ਰਿਸ਼ਮਾਂ ਜੰਗਲ ਦੇ ਘਾਹ ਉੱਪਰ ਪੈ ਰਹੀਆਂ ਸਨ। ਕੁਦਰਤੀ ਸੁੰਦਰਤਾ ਦਾ ਨਜ਼ਾਰਾ ਅਕਹਿ ਰੰਗ ਬਣ ਰਿਹਾ ਸੀ। ਇੱਕਦਮ ਸਾਰੇ ਪਾਸੇ ਸ਼ਨਾਟਾ ਛਾ ਗਿਆ। ਸੰਗਤਾਂ ਦੇ ਠਾਠਾਂ ਮਾਰਦੇ ਸਮੁੰਦਰ ਵਿੱਚ ਇਸ ਤਰ੍ਹਾਂ ਇੱਕਦਮ ਸ਼ਕਤੀ ਵਰਤ ਹੀ ਜਾਂਦੀ ਸੀ, ਲੇਕਿਨ ਕੁਦਰਤ ਦੇ ਵੱਡੇ ਪਸਾਰੇ ਵਿੱਚ ਇਸ ਤਰ੍ਹਾਂ ਦਾ ਹੋਣਾ ਇੱਕ ਅਜੀਬ ਕ੍ਰਿਸ਼ਮਾ ਸੀ। ਬਾਬਾ ਜੀ ਦੇ ਪਵਿੱਤਰ ਬਚਨਾਂ ਦੇ ਅੰਮ੍ਰਿਤ ਪ੍ਰਭਾਵ ਸਦਕਾ ਸਮੁੱਚੀ ਕੁਦਰਤ, ਆਸਮਾਨ, ਧਰਤੀ, ਹਵਾ, ਪਾਣੀ, ਜਾਨਵਰ, ਪੰਛੀ, ਜੀਵ ਜੰਤੂ, ਦਰਖਤ, ਜੰਗਲ ਦੀ ਵਨਸਪਤੀ ਸਭ ਕੁਝ ਕਿਸੇ ਰੂਹਾਨੀ ਰੰਗ ਵਿੱਚ ਅਹਿਲ ਖਲੋ ਗਏ ਸੀ। ਬਾਬਾ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਨਿਕਲੇ ਸ਼ਬਦਾਂ ਦੀ ਅੰਮ੍ਰਿਤਮਈ ਵਰਖਾ ਨਾਲ ਸਾਰੀ ਸੰਗਤ ਅਤੇ ਕੁਦਰਤ ਨਿਹਾਲ ਹੋ ਰਹੀ ਸੀ। ਬ੍ਰਹਮ ਗਿਆਨੀ ਬਾਬਾ ਜੀ ਦੇ ਦੁਰਲਭ ਸਤਸੰਗ ਵਿੱਚ ਮਨੁੱਖੀ ਜੀਵਾਂ ਦਾ ਅਹਿਲ ਬੈਠਣਾ ਇੱਕ ਕੁਦਰਤੀ ਕ੍ਰਿਸ਼ਮਾ ਸੀ, ਪਰ ਬਾਬਾ ਜੀ ਦੇ ਪ੍ਰਵਚਨਾਂ ਨੂੰ ਇੱਕ ਮਨ ਇੱਕ ਚਿੱਤ ਅਹਿਲ ਸੁਣਦੀ ਕੁਦਰਤ ਦੇ ਦਰਸ਼ਨ ਕਰਨਾ ਹੋਰ ਵੀ ਵੱਡੇ ਭਾਗਾਂ ਦੀ ਗੱਲ ਸੀ। ਡੱਡੂ, ਗਿੱਦੜ ਤੇ ਸਭ ਪਸ਼ੂ ਪੰਛੀ ਚੁੱਪ ਹੋ ਗਏ। ਬੱਦਲਾਂ ਦੇ ਅਲੋਪ ਹੋਣ ਤੇ ਬਿਜਲੀ ਦੀ ਗੜਗੜਾਹਟ ਬੰਦ ਹੋਣ ਬਾਅਦ ਬਾਬਾ ਜੀ ਜਦ ਤੱਕ ਪ੍ਰਵਚਨ ਸੁਣਾਉਂਦੇ ਰਹੇ, ਹਵਾ ਨੇ ਵੀ ਸ਼ੋਰ ਪੈਦਾ ਨਹੀਂ ਕੀਤਾ। ਇਸ ਤੋਂ ਇਹ ਪ੍ਰਤੱਖ ਹੋ ਜਾਂਦਾ ਹੈ ਕਿ ਸਾਰੀ ਕੁਦਰਤ, ਸਾਰੇ ਜੀਵ ਆਪਣੇ ਮਾਲਕ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਸਾਵਧਾਨ ਹੋ ਜਾਂਦੇ ਸਨ। ਸਾਰੀ ਪ੍ਰਕਿਰਤੀ ਪਵਿੱਤਰ ਆਨੰਦ ਅਤੇ ਚਰਨਾਟ ਵਿੱਚ ਰਹਿੰਦੀ ਸੀ। ਦੀਵਾਨ ਦੀ ਸਮਾਪਤੀ ਤੋਂ ਬਾਅਦ ਬਾਬਾ ਜੀ ਨੇ ਆਦੇਸ਼ ਦਿੱਤਾ ਕਿ ਸਾਰੀ ਸੰਗਤ ਨੇੜੇ ਦੇ ਪਿੰਡਾਂ ਵਿੱਚ ਰਾਤ ਦੇ ਆਰਾਮ ਲਈ ਚਲੀ ਜਾਏ। ਕੁਝ ਪਹਾੜੀਏ ਦੀਵਾਨ ਦੀ ਹਾਜ਼ਰੀ ਪਾ ਰਹੇ ਸਨ। ਉਹ ਹੱਥ ਜੋੜ ਕੇ ਖਲੋ ਗਏ ਤੇ ਉਹਨਾਂ ਇਸ ਸੇਵਾ ਵਾਸਤੇ ਬੇਨਤੀ ਕੀਤੀ। ਪਿਤਾ ਜੀ ਨੇ ਸਾਰੀ ਸੰਗਤ ਨੂੰ ਛੋਟੇ-ਛੋਟੇ ਗਰੁੱਪਾਂ ਵਿੱਚ ਵੰਡ ਕੇ ਨੇੜੇ ਦੇ ਪਿੰਡਾਂ ਵਿੱਚ ਭੇਜ ਦਿੱਤਾ। ਸਭ ਨੂੰ ਰਵਾਨਾ ਕਰਕੇ ਅਸੀਂ ਕੁਝ ਹੋਰ ਸਤਸੰਗੀਆਂ ਨਾਲ ਇੱਕ ਪਹਾੜੀਏ ਦੇ ਘਰ ਪਹੁੰਚੇ। ਜਿਉਂ ਹੀ ਮੇਰੇ ਪਿਤਾ ਜੀ ਨੇ ਦਲਾਨ ਦੇ ਅੰਦਰ ਕਦਮ ਰੱਖਿਆ ਤਾਂ ਉਹਨਾਂ ਨੇ ਮੈਨੂੰ ਉਂਗਲੀ ਦੇ ਇਸ਼ਾਰੇ ਨਾਲ ਕਿਹਾ, ਦੇਖ, ਜਿਸ ਤਰ੍ਹਾਂ ਬਾਬਾ ਜੀ ਦੀ ਨਜ਼ਰ ਨਾਲ ਬੱਦਲ 'ਚੋਂ ਫਾੜ ਹੋਏ ਸੀ, ਹੁਣ ਯਕਦਮ ਦੁਬਾਰਾ ਆ ਮਿਲੇ ਹਨ ਤੇ ਡਰਾਉਣੀ ਸ਼ਕਲ ਅਖਤਿਆਰ ਕਰ ਲਈ ਹੈ। ਕੜਾਕੇ ਦੀ ਬਿਜਲੀ ਚਮਕੀ ਤੇ ਮੋਹੜੇ ਧਾਰ ਬਾਰਿਸ਼ ਆਰੰਭ ਹੋ ਗਈ। ਸਾਰੀ ਰਾਤ ਡਰਾਉਣੀ ਬਿਜਲੀ ਤੇ ਜ਼ਬਰਦਸਤ ਬਾਰਿਸ਼ ਹੁੰਦੀ ਰਹੀ। ਇਸ ਤਰ੍ਹਾਂ ਦੀਆਂ ਅਨੇਕ ਘਟਨਾਵਾਂ ਹੋਈਆਂ ਜਿਨ੍ਹਾਂ ਵਿੱਚ ਕੁਦਰਤ ਦੀਆਂ ਵੱਖ-ਵੱਖ ਸ਼ਕਤੀਆਂ ਦੇ ਦੇਵੀ ਦੇਵਤਿਆਂ ਨੇ ਆਪਣੇ ਆਪਣੇ ਗੁਰੂ, ਆਪਣੇ ਰੂਹਾਨੀ ਸਮਰਾਟ, ਆਪਣੇ ਸਿਰਜਣਹਾਰ ਅੱਗੇ ਹੱਥ ਜੋੜ ਕੇ ਸੇਵਾ ਕੀਤੀ। ਕੁਦਰਤ ਬਹੁਤ ਹਲੀਮੀ ਨਾਲ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦੀ ਸੀ। ਮਹਾਂਪੁਰਖ ਬਾਬਾ ਜੀ ਜਦੋਂ ਸੰਗਤਾਂ ਨੂੰ ਪ੍ਰਵਚਨ ਸੁਣਾਉਂਦੇ ਸਨ ਤਾਂ ਚਾਰੇ ਪਾਸੇ ਚੁੱਪ ਛਾ ਜਾਂਦੀ ਸੀ। ਉਹਨਾਂ ਦਾ ਹਰ ਸ਼ਬਦ ਸੰਗਤ ਦੇ ਅਖੀਰ ਦੂਰ ਬੈਠੇ ਸ਼ਰਧਾਲੂ ਨੂੰ ਵੀ ਚੰਗੀ ਤਰ੍ਹਾਂ ਸਮਝ ਪੈਂਦਾ ਸੀ। ਇਹ ਬੜੀ ਅਜੀਬ ਗੱਲ ਹੈ ਕਿ ਹਵਾ ਕਿਵੇਂ ਧੀਰਜ ਨਾਲ ਬੈਠੇ ਹਜ਼ਾਰਾਂ ਪ੍ਰਾਣੀਆਂ ਤੱਕ ਰੱਬੀ ਸੰਦੇਸ਼ ਪਹੁੰਚਾ ਦਿੰਦੀ ਸੀ। ਇਸ ਦੇਵੀ ਮੌਨ ਨਾਲ ਉਹਨਾਂ ਦਾ ਰੱਬੀ ਉਪਦੇਸ਼ ਹਰੇਕ ਸ਼ਰਧਾਲੂ ਦੀ ਆਤਮਾ ਤੱਕ ਪਹੁੰਚ ਜਾਂਦਾ ਸੀ। ਬਾਬਾ ਨੰਦ ਸਿੰਘ ਜੀ ਮਹਾਰਾਜ ਨਿਮਰਤਾ ਦੇ ਪੁੰਜ ਸਨ। ਉਹਨਾਂ ਨੇ ਕਦੀ ਵੀ ਪ੍ਰਕਿਰਤੀ ਵਿੱਚ ਕਿਸੇ ਤਰ੍ਹਾਂ ਦੀ ਤਬਦੀਲੀ ਲਿਆਉਣ ਦੀ ਇੱਛਾ ਨਹੀਂ ਕੀਤੀ, ਸਗੋਂ ਬਾਬਾ ਜੀ ਦੀ ਹਜ਼ੂਰੀ ਵਿੱਚ ਪ੍ਰਕਿਰਤੀ ਆਪਣਾ ਰੁਖ ਆਪ ਹੀ ਬਦਲ ਲੈਂਦੀ ਸੀ। ਬਾਬਾ ਜੀ ਦੀ ਸੇਵਾ ਵਿੱਚ ਪ੍ਰਕਿਰਤੀ ਆਪ ਹੀ ਆਪਣੇ ਨਿਯਮਾਂ ਅਤੇ ਮਾਰਗਾਂ ਵਿੱਚ ਤਬਦੀਲੀ ਕਰ ਲੈਂਦੀ ਸੀ। ਜਦੋਂ ਤੱਕ ਪ੍ਰਕਿਰਤੀ ਦੀਆਂ ਸ਼ਕਤੀਸ਼ਾਲੀ ਤਾਕਤਾਂ ਕਾਇਮ ਰਹਿਣਗੀਆਂ, ਸੂਰਜ ਅਤੇ ਚੰਨ ਚਮਕਦੇ ਰਹਿਣਗੇ, ਹਵਾਵਾਂ ਤੇ ਦਰਿਆ ਵਗਦੇ ਰਹਿਣਗੇ, ਤਦ ਤੱਕ ਬਾਬਾ ਨੰਦ ਸਿੰਘ ਜੀ ਮਹਾਰਾਜ ਦਾ ਇਲਾਹੀ ਨਾਮ ਚੜ੍ਹਦੇ ਸੂਰਜ ਵਾਂਗ ਲਿਸ਼ਕਦਾ ਰਹੇਗਾ। ਬਾਬਾ ਨਰਿੰਦਰ ਸਿੰਘ ਜੀ।